ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਦਾਨੀਏਲ ਦੀ ਕਿਤਾਬ ਵਿੱਚੋਂ ਇੱਕ ਬਹੁਤ ਹੀ ਦਿਲਚਸਪ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਇੱਕ ਅਜਿਹੀ ਕਹਾਣੀ ਜਿੱਥੇ ਰਾਜੇ, ਹਾਕਮ ਤੇ ਇੱਥੋਂ ਤੱਕ ਕਿ ਦੂਤ ਵੀ ਇੱਕ ਅਦਿੱਖ ਜੰਗ ਵਿੱਚ ਉਲਝੇ ਹੋਏ ਨੇ। ਤਾਂ ਸਭ ਤੋਂ ਪਹਿਲਾਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਸਵਾਲ ਬਾਈਬਲ ਦੇ ਇੱਕ ਵੱਡੇ ਰਹੱਸ ਨਾਲ ਹੀ ਸ਼ੁਰੂ ਕਰਦੇ ਹਾਂ। ਸੋਚ ਕੇ ਦੇਖੋ, ਰੱਬ ਵੱਲੋਂ ਭੇਜੇ ਗਏ ਇੱਕ ਸ਼ਕਤੀਸ਼ਾਲੀ ਦੂਤ ਨੂੰ ਪੂਰੇ 3 ਹਫ਼ਤਿਆਂ ਤੱਕ ਰੋਕਣ ਦੀ ਤਾਕਤ ਕਿਸ ਕੋਲ ਹੋ ਸਕਦੀ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸ ਨੇ ਕਈ ਬਹਿਸਾਂ ਨੂੰ ਜਨਮ ਦਿੱਤਾ ਹੈ। ਦੇਖੋ, ਦਾਨੀਏਲ ਦਾ 10ਵਾਂ ਅਧਿਆਇ ਇੱਕ ਤਰ੍ਹਾਂ ਦੀ ਬੁਝਾਰਤ ਹੀ ਹੈ। ਦਾਨੀਏਲ ਨੇ ਪਹਿਲੇ ਦਿਨ ਪ੍ਰਾਰਥਨਾ ਸ਼ੁਰੂ ਕੀਤੀ ਤੇ ਉਸੇ ਦਿਨ ਰੱਬ ਨੇ ਦੂਤ ਨੂੰ ਭੇਜ ਦਿੱਤਾ ਸੀ, ਪਰ ਉਹ ਦੂਤ 20 ਦਿਨਾਂ ਤੱਕ ਰਸਤੇ ਵਿੱਚ ਹੀ ਰੁਕਿਆ ਰਿਹਾ। ਆਖਿਰਕਾਰ 21ਵੇਂ ਦਿਨ ਜਾ ਕੇ ਉਹ ਪਹੁੰਚਿਆ। ਹੁਣ ਸਵਾਲ ਇਹ ਹੈ ਕਿ ਇੰਨੀ ਦੇਰ ਕਿਉਂ ਲੱਗੀ? ਇਸ ਦੇਰੀ ਪਿੱਛੇ ਇੱਕ ਬਹੁਤ ਵੱਡੀ ਬ੍ਰਹਿਮੰਡੀ ਕਹਾਣੀ ਛੁਪੀ ਹੋਈ ਹੈ। ਤਾਂ ਫਿਰ ਚਲੋ ਇਸ ਗੱਲ ਦੀ ਤਹਿ ਤੱਕ ਜਾਂਦੇ ਹਾਂ ਕਿ ਇਹ ਸਾਰਾ ਸਿਧਾਂਤ ਬਣਿਆ ਕਿਵੇਂ। ਸਭ ਤੋਂ ਪਹਿਲਾਂ ਸਾਨੂੰ ਉਸ ਘਟਨਾ ਨੂੰ ਸਮਝਣਾ ਪਵੇਗਾ ਜਿੱਥੋਂ ਇਹ ਸਾਰੀ ਵਿਚਾਰ ਚਰਚਾ ਦੀ ਸ਼ੁਰੂਆਤ ਹੋਈ। ਹਾਂਜੀ, ਤਾਂ ਇੱਥੇ ਲਿਖਿਆ ਹੈ ਕਿ ਦਾਨੀਏਲ ਕੋਲ ਆ ਰਹੇ ਦੂਤ ਨੂੰ ਫਾਰਸ ਦੇ ਹਾਕਮ ਨੇ ਰੋਕ ਲਿਆ, ਤੇ ਇਹ ਕੋਈ ਛੋਟੀ-ਮੋਟੀ ਰੁਕਾਵਟ ਨਹੀਂ ਸੀ। ਇਹ ਇੱਕ ਅਸਲ ਟਕਰਾਅ ਸੀ, ਜਿਵੇਂ ਕੋਈ ਸਰੀਰਕ ਤੌਰ ਤੇ ਰਸਤਾ ਰੋਕ ਕੇ ਖੜਾ ਹੋਵੇ। ਤੇ ਜਦੋਂ ਮੀਕਾਏਲ, ਜਿਸ ਨੂੰ ਇਜ਼ਰਾਈਲ ਦਾ ਹਾਕਮ ਕਿਹਾ ਗਿਆ ਹੈ, ਮਦਦ ਲਈ ਆਇਆ, ਤਦ ਹੀ ਉਹ ਦੂਤ ਅੱਗੇ ਵਧ ਸਕਿਆ। ਇਸ ਦਾ ਮਤਲਬ ਸਾਫ਼ ਹੈ, ਇਹ ਕੋਈ ਰਾਜਨੀਤਿਕ ਮਸਲਾ ਨਹੀਂ, ਸਗੋਂ ਇੱਕ ਆਤਮਿਕ ਜੰਗ ਸੀ। ਹੁਣ ਇਸ ਪੂਰੀ ਥਿਊਰੀ ਦਾ ਜੋ ਮੂਲ ਤਰਕ ਹੈ ਉਹ ਬਹੁਤ ਸਿੱਧਾ ਹੈ। ਕੀ ਕੋਈ ਇਨਸਾਨ ਇੱਕ ਦੂਤ ਨੂੰ ਰੋਕ ਸਕਦਾ ਹੈ? ਬਿਲਕੁਲ ਨਹੀਂ। ਸੋਚ ਕੇ ਦੇਖੋ, ਇੱਕ ਆਮ ਮਨੁੱਖ, ਭਾਵੇਂ ਉਹ ਕਿੰਨਾ ਵੀ ਤਾਕਤਵਰ ਰਾਜਾ ਕਿਉਂ ਨਾ ਹੋਵੇ, ਉਸ ਵਿੱਚ ਇੰਨੀ ਹਿੰਮਤ ਜਾਂ ਸ਼ਕਤੀ ਕਿੱਥੋਂ ਆ ਸਕਦੀ ਹੈ ਕਿ ਉਹ ਰੱਬ ਦੇ ਦੂਤ ਨੂੰ, ਉਹ ਵੀ ਪੂਰੇ 21 ਦਿਨਾਂ ਲਈ ਰੋਕ ਕੇ ਰੱਖੇ? ਇਹ ਗੱਲ ਮੰਨਣ ਵਾਲੀ ਨਹੀਂ ਹੈ। ਅਤੇ ਇੱਥੋਂ ਹੀ ਅਸੀਂ ਅੱਜ ਦੇ ਵਿਸ਼ਲੇਸ਼ਣ ਦੇ ਮੁੱਖ ਸਿਧਾਂਤ ਤੇ ਪਹੁੰਚਦੇ ਹਾਂ। ਇੱਕ ਅਜਿਹਾ ਸਿਧਾਂਤ ਜੋ ਧਰਤੀ ਤੇ ਚੱਲ ਰਹੇ ਰਾਜਿਆਂ ਨੂੰ ਸਿੱਧਾ ਸਵਰਗੀ ਸ਼ਕਤੀਆਂ ਨਾਲ ਜੋੜਦਾ ਹੈ। ਤਾਂ ਇੱਥੇ ਹਾਕਮ ਸ਼ਬਦ ਦਾ ਮਤਲਬ ਕਿਸੇ ਇਨਸਾਨੀ ਰਾਜੇ ਤੋਂ ਨਹੀਂ ਹੈ। ਇਸ ਸਿਧਾਂਤ ਮੁਤਾਬਿਕ ਹਰ ਦੇਸ਼ ਜਾਂ ਕੌਮ ਦੇ ਉੱਤੇ ਇੱਕ ਸ਼ਕਤੀਸ਼ਾਲੀ ਦੂਤ ਨਿਯੁਕਤ ਕੀਤਾ ਗਿਆ ਹੈ, ਜੋ ਉਸ ਦੇਸ਼ ਦਾ ਆਤਮਿਕ ਗਵਰਨਰ ਹੈ। ਯਾਨੀ ਧਰਤੀ ਦੇ ਜੋ ਰਾਜੇ ਰਾਜ ਕਰ ਰਹੇ ਨੇ, ਉਹ ਸਿਰਫ ਮੋਹਰੇ ਨੇ। ਅਸਲ ਖੇਡ ਤਾਂ ਆਤਮਿਕ ਪੱਧਰ ਤੇ ਚੱਲ ਰਹੀ ਹੈ। ਇਸ ਨੂੰ ਥੋੜਾ ਹੋਰ ਸਮਝਦੇ ਹਾਂ। ਜਿਵੇਂ ਫਾਰਸ ਦਾ ਹਾਕਮ ਇੱਕ ਡਿੱਗਿਆ ਹੋਇਆ, ਯਾਨੀ ਕਿ ਬੁਰਾ ਦੂਤ ਸੀ, ਜਿਸ ਨੇ ਰੱਬ ਦੇ ਸੰਦੇਸ਼ਵਾਹਕ ਦਾ ਰਾਹ ਰੋਕਿਆ। ਇਸ ਤੋਂ ਬਾਅਦ ਯੂਨਾਨ ਦੇ ਹਾਕਮ ਦੀ ਵਾਰੀ ਆਉਣੀ ਸੀ, ਜੋ ਇੱਕ ਹੋਰ ਸ਼ਕਤੀਸ਼ਾਲੀ ਦੂਤ ਸੀ। ਪਰ ਦੂਜੇ ਪਾਸੇ ਇਜ਼ਰਾਈਲ ਦੀ ਰੱਖਿਆ ਲਈ ਮਹਾਦੂਤ ਮੀਕਾਏਲ ਸੀ, ਜੋ ਇੱਕ ਧਰਮੀ ਅਤੇ ਚੰਗਾ ਹਾਕਮ ਸੀ। ਮਤਲਬ ਹਰ ਦੇਸ਼ ਦੇ ਪਿੱਛੇ ਇੱਕ ਦੂਤ ਹੈ, ਕੋਈ ਚੰਗਾ, ਕੋਈ ਬੁਰਾ। ਅੱਛਾ, ਤਾਂ ਹੁਣ ਇਹ ਸਿਧਾਂਤ ਇੱਕ ਹੋਰ ਵੀ ਡੂੰਘਾ ਮੋੜ ਲੈਂਦਾ ਹੈ। ਚਲੋ ਦੇਖੀਏ ਕਿ ਇਹ ਕੌਮੀ ਹਾਕਮਾਂ ਵਾਲੀ ਗੱਲ ਭਵਿੱਖਬਾਣੀਆਂ ਵਿੱਚ ਆਉਣ ਵਾਲੇ ਮਸ਼ਹੂਰ ਜਾਨਵਰਾਂ ਨਾਲ ਕਿਵੇਂ ਜੁੜਦੀ ਹੈ। ਤਾਂ ਸਵਾਲ ਇਹ ਬਣਦਾ ਹੈ, ਜੇ ਦੇਸ਼ਾਂ ਤੇ ਦੂਤ ਰਾਜ ਕਰਦੇ ਨੇ, ਤਾਂ ਕੀ ਇਹ ਹੋ ਸਕਦਾ ਹੈ ਕਿ ਭਵਿੱਖਬਾਣੀਆਂ ਵਿੱਚ ਜਿਹੜੇ ਜਾਨਵਰ ਦੇਸ਼ਾਂ ਨੂੰ ਦਰਸਾਉਂਦੇ ਨੇ, ਉਹ ਅਸਲ ਵਿੱਚ ਦੇਸ਼ ਨਹੀਂ, ਸਗੋਂ ਉਹਨਾਂ ਦੇ ਪਿੱਛੇ ਕੰਮ ਕਰ ਰਹੇ ਉਹੀ ਦੂਤ ਹੋਣ? ਇਹ ਇੱਕ ਬਹੁਤ ਵੱਡੀ ਗੱਲ ਹੈ ਨਾ? ਇੱਥੇ 2 ਵਿਚਾਰ ਸਾਹਮਣੇ ਆਉਂਦੇ ਨੇ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਹ 4 ਜਾਨਵਰ 4 ਵੱਡੇ ਸਾਮਰਾਜ ਸਨ: ਬਾਬਲ, ਫਾਰਸ, ਯੂਨਾਨ ਅਤੇ ਰੋਮ। ਪਰ ਜਿਸ ਨਵੇਂ ਵਿਚਾਰ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਕਹਿੰਦਾ ਹੈ ਕਿ ਇਹ ਜਾਨਵਰ ਉਹ ਸਾਮਰਾਜ ਨਹੀਂ, ਬਲਕਿ ਉਹ 4 ਸ਼ਕਤੀਸ਼ਾਲੀ ਡਿੱਗੇ ਹੋਏ ਦੂਤ ਸਨ, ਜੋ ਇਨ੍ਹਾਂ ਸਾਮਰਾਜਾਂ ਤੇ ਰਾਜ ਕਰਦੇ ਸਨ। ਯਾਨੀ ਫੋਕਸ ਸਿਆਸਤ ਤੋਂ ਹਟ ਕੇ ਸਿੱਧਾ ਆਤਮਿਕ ਜਗਤ ਤੇ ਚਲਾ ਜਾਂਦਾ ਹੈ। ਤੇ ਜਦੋਂ ਇਸ ਸਿਧਾਂਤ ਨੂੰ ਪ੍ਰਕਾਸ਼ ਦੀ ਕਿਤਾਬ, ਯਾਨੀ ਕਿ ਅੰਤ ਦੇ ਸਮੇਂ ਦੀਆਂ ਭਵਿੱਖਬਾਣੀਆਂ ਤੇ ਲਾਗੂ ਕਰਦੇ ਹਾਂ, ਤਾਂ ਇਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਦੇਖੋ, ਕਹਾਣੀ ਕੁਝ ਇਸ ਤਰ੍ਹਾਂ ਹੈ। ਇੱਕ ਲਾਲ ਜਾਨਵਰ ਸਾਹਮਣੇ ਆਉਂਦਾ ਹੈ, ਜੋ ਇੱਕ ਵਿਸ਼ਵ ਸਰਕਾਰ ਦਾ ਪ੍ਰਤੀਕ ਹੈ। ਫਿਰ ਬਾਬਲ ਦੀ ਵੇਸਵਾ ਹੁੰਦੀ ਹੈ, ਜੋ ਉਸ ਜਾਨਵਰ ਨੂੰ ਕੰਟਰੋਲ ਕਰਦੀ ਹੈ। ਪਰ ਫਿਰ ਉਹਨਾਂ ਵਿੱਚ ਲੜਾਈ ਹੁੰਦੀ ਹੈ, ਤੇ ਲਾਲ ਜਾਨਵਰ ਉਸ ਵੇਸਵਾ ਨੂੰ ਹੀ ਖਤਮ ਕਰ ਦਿੰਦਾ ਹੈ, ਅਤੇ ਅੰਤ ਵਿੱਚ ਉਸ ਲਾਲ ਜਾਨਵਰ ਨੂੰ ਵੀ ਹਰਾ ਕੇ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਜਾਂਦਾ ਹੈ। ਹੁਣ ਜੇ ਇਹ ਜਾਨਵਰ ਅਸਲ ਵਿੱਚ ਦੂਤ ਹਨ, ਤਾਂ ਇਹ ਸਿਰਫ ਕੋਈ ਸਿਆਸੀ ਲੜਾਈ ਨਹੀਂ, ਇਹ ਤਾਂ ਸਵਰਗ ਵਿੱਚ ਦੂਤਾਂ ਦੀ ਆਖਰੀ ਜੰਗ ਹੈ। ਪਰ ਇੱਥੇ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਡਿੱਗੇ ਹੋਏ ਦੂਤ, ਯਾਨੀ ਬੁਰੇ ਦੂਤ, ਆਪਸ ਵਿੱਚ ਹੀ ਲੜਨਗੇ, ਇੱਕ ਦੂਜੇ ਨੂੰ ਤਬਾਹ ਕਰਨਗੇ? ਜੇ ਉਹ ਸਾਰੇ ਇੱਕ ਹੀ ਟੀਮ ਵਿੱਚ ਨੇ, ਤਾਂ ਫਿਰ ਇਹ ਆਪਸੀ ਲੜਾਈ ਕਿਉਂ? ਇਸ ਗੁੰਝਲ ਨੂੰ ਸੁਲਝਾਉਣ ਲਈ ਇੱਕ ਹੋਰ ਸਿਧਾਂਤ ਸਾਹਮਣੇ ਆਉਂਦਾ ਹੈ। ਉਹ ਇਹ ਕਿ ਇਹ ਕੋਈ ਆਪਸੀ ਜੰਗ ਨਹੀਂ ਹੈ, ਬਲਕਿ ਇੱਕ ਹੀ ਬਹੁਤ ਸ਼ਕਤੀਸ਼ਾਲੀ ਦੂਤ ਹੈ, ਜੋ ਲਾਲ ਜਾਨਵਰ ਅਤੇ ਬਾਬਲ ਦੀ ਵੇਸਵਾ ਦੋਵਾਂ ਨੂੰ ਕੰਟਰੋਲ ਕਰ ਰਿਹਾ ਹੈ, ਤੇ ਉਹ ਆਪਣੀ ਇੱਕ ਕਠਪੁਤਲੀ ਨੂੰ ਦੂਜੀ ਨੂੰ ਨਸ਼ਟ ਕਰਨ ਲਈ ਇਸਤੇਮਾਲ ਕਰ ਰਿਹਾ ਹੈ।
ਇੱਕ ਸੋਚੀ ਸਮਝੀ ਸ਼ਤਰੰਜ ਦੀ ਚਾਲ ਵਾਂਗ। ਪਰ ਜਿਵੇਂ ਅਜਿਹੇ ਡੂੰਘੇ ਵਿਸ਼ਿਆਂ ਵਿੱਚ ਹੁੰਦਾ ਹੈ, ਕੋਈ ਵੀ ਗੱਲ ਪੱਕੇ ਤੌਰ ਤੇ ਨਹੀਂ ਕਹੀ ਜਾ ਸਕਦੀ। ਸਾਨੂੰ ਅਜੇ ਵੀ ਕੁਝ ਸਵਾਲਾਂ ਦੇ ਜਵਾਬ ਲੱਭਣੇ ਪੈਣਗੇ, ਕਿਉਂਕਿ ਇੱਥੇ ਹੋਰ ਵੀ ਵਿਚਾਰ ਮੌਜੂਦ ਨੇ। ਤਾਂ ਅਸਲ ਵਿੱਚ ਲਾਲ ਜਾਨਵਰ ਕੌਣ ਹੈ ਜਿਸ ਨੂੰ ਅੱਗ ਵਿੱਚ ਸੁੱਟਿਆ ਜਾਂਦਾ ਹੈ? ਜੇ ਇਹ ਸਿਰਫ ਰਾਜਨੀਤਿਕ ਸ਼ਕਤੀ ਹੈ ਤਾਂ ਇਸ ਦਾ ਮਤਲਬ ਹੈ ਕਿ ਅੰਤ ਵਿੱਚ ਮਨੁੱਖੀ ਨੇਤਾਵਾਂ ਨੂੰ ਸਜ਼ਾ ਮਿਲਦੀ ਹੈ। ਪਰ ਜੇ ਇਹ ਇੱਕ ਦੂਤ ਹੈ ਤਾਂ ਇਸ ਦਾ ਮਤਲਬ ਹੈ ਕਿ ਇੱਕ ਅਮਰ ਜੀਵ 1000 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਅੱਗ ਵਿੱਚ ਸੜਦਾ ਰਹੇਗਾ। ਦੋਵਾਂ ਗੱਲਾਂ ਦੇ ਨਤੀਜੇ ਬਹੁਤ ਹੀ ਵੱਖਰੇ ਤੇ ਗੰਭੀਰ ਨੇ। ਅਖੀਰ ਵਿੱਚ ਇਹ ਵਿਚਾਰ ਵੀ ਸਾਹਮਣੇ ਰੱਖਿਆ ਗਿਆ ਹੈ ਕਿ ਹੋ ਸਕਦਾ ਹੈ ਕਿ ਜਾਨਵਰ ਅਸਲ ਵਿੱਚ ਕੋਈ ਦੂਤ ਨਾ ਹੋਵੇ, ਸਗੋਂ ਇਹ ਸਿਰਫ ਇੱਕ ਰਾਜਨੀਤਿਕ ਤਾਕਤ ਹੀ ਹੋਵੇ। ਹਾਂ, ਉਸ ਤਾਕਤ ਨੂੰ ਪਿੱਛੋਂ ਦੂਤ ਪ੍ਰਭਾਵਿਤ ਜ਼ਰੂਰ ਕਰ ਰਹੇ ਹੋਣ, ਪਰ ਜਾਨਵਰ ਖੁਦ ਦੂਤ ਨਾ ਹੋਵੇ। ਇਹ ਵੀ ਇੱਕ ਸੰਭਾਵਨਾ ਹੈ। ਤਾਂ ਆਖਿਰਕਾਰ ਇਹ ਸਾਰਾ ਵਿਸ਼ਲੇਸ਼ਣ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡ ਦਿੰਦਾ ਹੈ ਕਿ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਦੇ ਪਿੱਛੇ ਕੁਝ ਅਧਿਕ ਸ਼ਕਤੀਆਂ ਵੀ ਕੰਮ ਕਰ ਰਹੀਆਂ ਹਨ। ਇਹ ਗੱਲ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਜੋ ਇਤਿਹਾਸ ਅਸੀਂ ਦੇਖਦੇ ਹਾਂ, ਕਿ ਉਸ ਦੇ ਪਿੱਛੇ ਕੋਈ ਹੋਰ ਹੀ ਕਹਾਣੀ ਚੱਲ ਰਹੀ ਹੈ। ਇਸ ਬਾਰੇ ਸੋਚਣਾ ਬਣਦਾ ਹੈ।